ਵੈਲਕਮ ਡੀਅਰ ਸਟੂਡੈਂਟਸ ਮਾਈਕਰੋਸਾਫਟ ਪੇਂਟ ਭਾਗ 2 ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਆਪਣੀ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਖਾਇਆ ਸੀ ਕਿ ਤੁਸੀਂ ਕਿਸ ਤਰੀਕੇ ਨਾਲ ਮਾਈਕਰੋਸਾਫਟ ਪੇਂਟ ਨੂੰ ਵੱਖਰੇ ਤਰੀਕੇ ਨਾਲ ਓਪਨ ਕਰ ਸਕਦੇ ਹੋ। ਇਸ ਤੋਂ ਇਲਾਵਾ ਮੈਂ ਤੁਹਾਨੂੰ ਮਾਈਕਰੋਸਾਫਟ ਪੇਂਟ ਦੀ ਜੋ ਵਿੰਡੋ ਤੁਹਾਡੇ ਸਾਹਮਣੇ ਓਪਨ ਹੋਈ ਪਈ ਹੈ ਇਸ ਦੇ ਸਾਰੇ ਭਾਗਾਂ ਦੇ ਨਾਮ ਮੈਂ ਤੁਹਾਨੂੰ ਡਿਟੇਲ ਵਿੱਚ ਦੱਸੇ ਸੀਗੇ। ਸੋ ਜੇਕਰ ਤੁਸੀਂ ਹਾਲੇ ਤੱਕ ਉਸ ਵੀਡੀਓ ਨੂੰ ਨਹੀਂ ਦੇਖਿਆ ਹੈਗਾ ਤੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਉਸ ਵੀਡੀਓ ਦਾ ਲਿੰਕ ਹੈਗਾ, ਤੁਸੀਂ ਉਸ ਵੀਡੀਓ ਨੂੰ ਦੇਖ ਲਿਓ ਕਿਉਂਕਿ ਉਹ ਮਾਈਕਰੋਸਾਫਟ ਪੇਂਟ ਦੀ ਪਹਿਲੀ ਵੀਡੀਓ ਸੀ, ਇਹ ਮਾਈਕਰੋਸਾਫਟ ਪੇਂਟ ਦੀ ਦੂਸਰੀ ਵੀਡੀਓ ਹੈਗੀ। ਇਸ ਦੇ ਵਿੱਚ ਮੈਂ ਤੁਹਾਨੂੰ ਮਾਈਕਰੋਸਾਫਟ ਪੇਂਟ ਦੀ ਜਿਹੜੀ ਹੋਮ ਟੈਬ ਹੈਗੀ ਆ ਉਸ ਦੇ ਕੁਝ ਇੱਕ ਟੂਲਸ ਬਾਰੇ ਜਾਣਕਾਰੀ ਦਊਂਗਾ। ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਦੋਂ ਹੀ ਅਸੀਂ ਮਾਈਕਰੋਸਾਫਟ ਪੇਂਟ ਨੂੰ ਓਪਨ ਕਰਦੇ ਆ ਤਾਂ ਸਾਡੇ ਸਾਹਮਣੇ ਇਸ ਤਰ੍ਹਾਂ ਦੀ ਵਿੰਡੋ ਓਪਨ ਹੋ ਜਾਂਦੀ ਹੈਗੀ ਆ ਤੇ ਇੱਥੇ ਤੁਸੀਂ ਉੱਪਰ ਦੇਖ ਸਕਦੇ ਇੱਥੇ ਇੱਕ ਬਟਨ ਬਣਿਆ ਹੈ, ਉਸ ਦੇ ਉੱਤੇ ਲਿਖਿਆ ਹੋਇਆ ਹੈ ਹੋਮ ਅਤੇ ਨਾਲ ਉਸ ਤੇ ਇੱਕ ਬਟਨ ਹੈ ਜਿਸ ਦੇ ਉੱਤੇ ਲਿਖਿਆ ਹੈ ਵਿਊ। ਇਸ ਨੂੰ ਅਸੀਂ ਟੈਬ ਕਹਿੰਦੇ ਹਾਂ। ਤੋਂ ਇਸ ਟਾਈਮ ਤੇ ਜਿਹੜੀ ਟੈਬ ਓਪਨ ਹੋਈ ਪਈ ਹੈ ਉਸ ਟੈਬ ਦਾ ਨਾਮ ਹੈ ਹੋਮ ਟੈਬ। ਤੋਂ ਤੁਸੀਂ ਦੇਖੋ ਜਦੋਂ ਮੈਂ ਵਿਊ ਟੈਬ ਦੇ ਉੱਤੇ ਕਲਿੱਕ ਕਰਦਾ ਹਾਂ ਤੇ ਇਹ ਜਿਹੜੇ ਟੂਲ ਚੇਂਜ ਹੋ ਜਾਂਦੇ ਆ, ਜਦੋਂ ਮੈਂ ਹੋਮ ਟੈਬ ਤੇ ਕਲਿੱਕ ਕਰਦਾ ਤੇ ਇਹ ਜਿਹੜੇ ਟੂਲ ਹੋਰ ਚੇਂਜ ਹੋ ਜਾਂਦੇ ਆ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਮ ਟੈਬ ਦੇ ਟੂਲਸ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ। ਸੋ ਤੁਸੀਂ ਸਭ ਤੋਂ ਪਹਿਲਾਂ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਹੋਮ ਟੈਬ ਹੈਗਾ ਆ ਉਸ ਦੇ ਹੇਠਾਂ ਜਿੰਨੇ ਵੀ ਟੂਲ ਹੈਗੇ ਆ ਉਹ ਸਾਰੇ ਦੇ ਸਾਰੇ ਟੂਲ ਜਿਹੜੇ ਹੈਗੇ ਆ ਉਹ ਕੁਝ ਇੱਕ ਗਰੁੱਪ ਦੇ ਵਿੱਚ ਵੰਡੇ ਹੋਏ ਆ। ਸਭ ਤੋਂ ਪਹਿਲਾ ਗਰੁੱਪ ਹੈਗਾ ਹੈ ਕਲਿਪਬੋਰਡ, ਸੈਕੰਡ ਗਰੁੱਪ ਹੈਗਾ ਹੈ ਇਮੇਜ ਗਰੁੱਪ, ਥਰਡ ਗਰੁੱਪ ਹੈ ਟੂਲਸ, ਫੋਰਥ ਗਰੁੱਪ ਹੈਗਾ ਹੈ ਸ਼ੇਪਸ, ਫਿਫਥ ਗਰੁੱਪ ਹੈਗਾ ਹੈ ਸਾਈਜ਼ ਐਂਡ ਸਿਕਸਥ ਗਰੁੱਪ ਜਿਹੜਾ ਹੈਗਾ, ਛੇਵਾਂ ਗਰੁੱਪ ਜਿਹੜਾ ਹੈਗਾ ਆ ਉਹ ਹੈ ਕਲਰਸ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਲਿਪਬੋਰਡ ਬਾਰੇ। ਦੇਖੋ ਕਲਿਪਬੋਰਡ ਦੇ ਵਿੱਚ ਸਾਨੂੰ ਤਿੰਨ ਆਪਸ਼ਨ ਮਿਲ ਰਹੀਆਂ ਹੈਗੀਆਂ। ਪਹਿਲੀ ਹੈਗੀ ਆ ਕੱਟ, ਕਾਪੀ ਤੇ ਪੇਸਟ। ਸੋ ਸਭ ਤੋਂ ਪਹਿਲਾਂ ਆਪਾਂ ਇਸ ਟੂਲ ਦੇ ਬਾਰੇ ਗੱਲ ਕਰਦੇ ਹਾਂ। ਪਰ ਜੇਕਰ ਅਸੀਂ ਇਸ ਟੂਲ ਨੂੰ ਸਿੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਇੱਥੇ ਵਾਈਟ ਪੇਜ ਦੇ ਉੱਤੇ ਕੋਈ ਨਾ ਕੋਈ ਡਰਾਇੰਗ ਬਣਾਉਣੀ ਪਏਗੀ, ਕੋਈ ਨਾ ਕੋਈ ਪੇਂਟਿੰਗ ਕਰਨੀ ਪਏਗੀ, ਤਾਂ ਹੀ ਅਸੀਂ ਇਸ ਟੂਲ ਨੂੰ ਯੂਜ਼ ਕਰ ਸਕਦੇ ਹਾਂ। ਉਹ ਇਸ ਲਈ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕੱਟ ਕਾਪੀ ਦੀ ਆਪਸ਼ਨ ਹੈਗੀ ਆ ਉਹ ਥੋੜੀ ਜਿਹੀ ਲਾਈਟ ਹੈਗੀ ਆ ਤੇ ਇਸ ਕੱਟ ਕਾਪੀ ਦੀ ਆਪਸ਼ਨ ਨੂੰ ਐਕਟੀਵੇਟ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੀ ਇੱਥੇ ਡਰਾਇੰਗ ਬਣਾਉਣੀ ਪਏਗੀ। ਸੋ ਇੱਥੇ ਤੁਸੀਂ ਦੇਖ ਸਕਦੇ ਇਹ ਜਿਹੜੀਆਂ ਸ਼ੇਪਸ ਹੈਗੀਆਂ, ਮੈਂ ਇਹਨਾਂ ਸ਼ੇਪਸ ਦੇ ਵਿੱਚੋਂ ਕੋਈ ਵੀ ਸ਼ੇਪ ਇੱਥੇ ਬਣਾ ਲੈਂਦਾ ਹੈਗਾ। ਤੁਸੀਂ ਕਿਸੇ ਵੀ ਸ਼ੇਪ ਨੂੰ ਬਣਾਉਣ ਦੇ ਲਈ ਜਿਹੜੀ ਵੀ ਸ਼ੇਪ ਨੂੰ ਇੱਥੇ ਡਰਾ ਕਰਨਾ ਹੈਗਾ ਉਹਦੇ ਉੱਤੇ ਕਲਿੱਕ ਕਰ ਲੈਣਾ ਹੈਗਾ। ਫਿਰ ਤੁਸੀਂ ਦੇਖੋਗੇ ਆਪਣਾ ਜਿਹੜਾ ਮਾਊਸ ਦਾ ਪੁਆਇੰਟਰ ਹੈਗਾ ਆ ਉਸ ਨੂੰ ਵਾਈਟ ਪੇਜ ਦੇ ਉੱਤੇ ਲੈ ਕੇ ਜਾਣਾ ਤੇ ਇੱਥੇ ਤੁਸੀਂ ਕਲਿੱਕ ਕਰਕੇ ਮਾਊਸ ਨੂੰ ਖੱਬੇ ਜਾਂ ਸੱਜੇ ਜਿੱਧਰ ਨੂੰ ਵੀ ਤੁਸੀਂ ਇਹਨੂੰ ਸ਼ੇਪ ਨੂੰ ਬਣਾਉਣਾ ਚਾਹੁੰਦੇ ਹੋ ਉਧਰ ਨੂੰ ਤੁਸੀਂ ਇਸ ਨੂੰ ਡਰੈਗ ਕਰ ਲੈਣਾ ਤੇ ਤੁਸੀਂ ਦੇਖੋਗੇ ਕਿ ਸਾਡੀ ਜਿਹੜੀ ਸ਼ੇਪ ਹੈਗੀ ਆ ਉਹ ਬਣ ਚੁੱਕੀ ਆ। ਸੋ ਹੁਣ ਅਸੀਂ ਕੀ ਕਰਦੇ ਆ, ਆਪਾਂ ਆਪਣੀ ਇੱਕ ਛੋਟੀ ਜਿਹੀ ਡਰਾਇੰਗ ਬਣਾ ਲਈ ਆ। ਹੁਣ ਅਸੀਂ ਇੱਥੇ ਕਲਿਪਬੋਰਡ ਆਪਸ਼ਨ ਨੂੰ ਯੂਜ਼ ਕਰਦੇ ਆ। ਪਰ ਕਲਿਪਬੋਰਡ ਆਪਸ਼ਨ ਦੇ ਵਿੱਚ ਤੁਸੀਂ ਦੇਖੋ ਹਾਲੇ ਵੀ ਕੱਟ ਤੇ ਕਾਪੀ ਦੀ ਆਪਸ਼ਨ ਜਿਹੜੀ ਹੈਗੀ ਆ ਉਹ ਲਾਈਟ ਹੈਗੀ ਆ, ਉਹ ਡਿਮ ਹੈਗੀ ਆ, ਉਹ ਐਕਟੀਵੇਟ ਨਹੀਂ ਹੋਈ ਹਾਲੇ ਵੀ। ਉਹ ਐਕਟੀਵੇਟ ਇਸ ਲਈ ਨਹੀਂ ਹੋਈ ਜੇਕਰ ਅਸੀਂ ਮਾਈਕਰੋਸਾਫਟ ਪੇਂਟ ਦੇ ਵਿੱਚ ਕਿਸੇ ਵੀ ਆਬਜੈਕਟ ਦੇ ਉੱਤੇ ਕੋਈ ਵੀ ਫਾਰਮੈਟਿੰਗ ਕਰਨਾ ਚਾਹੁੰਦੇ ਆ, ਕੋਈ ਵੀ ਕਿਸੇ ਤਰ੍ਹਾਂ ਦੀ ਐਡੀਟਿੰਗ ਕਰਨੀ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਉਸ ਆਬਜੈਕਟ ਨੂੰ ਸਿਲੈਕਟ ਕਰਨਾ ਹੈ। ਅਤੇ ਆਬਜੈਕਟ ਨੂੰ ਸਿਲੈਕਟ ਕਰਨ ਲਈ ਸਾਡੇ ਕੋਲ ਇੱਥੇ ਇਮੇਜ ਗਰੁੱਪ ਦੇ ਵਿੱਚ ਇੱਕ ਸਿਲੈਕਟ ਟੂਲ ਹੁੰਦਾ ਆ। ਅਸੀਂ ਜਿਵੇਂ ਹੀ ਇਸ ਸਿਲੈਕਟ ਟੂਲ ਦੇ ਉੱਤੇ ਕਲਿੱਕ ਕੀਤਾ, ਆਪਣੇ ਮਾਊਸ ਪੁਆਇੰਟਰ ਨੂੰ ਮੈਂ ਹੇਠਾਂ ਵਾਈਟ ਪੇਜ ਦੇ ਉੱਤੇ ਲੈ ਕੇ ਆਇਆ। ਇੱਥੇ ਇੱਕ ਆਪਾਂ ਇਹਨੂੰ ਰੱਖ ਕੇ ਤੇ ਆਪਾਂ ਇਸ ਨੂੰ ਇਦਾਂ ਮਾਊਸ ਨੂੰ ਹੇਠਾਂ ਡਰੈਗ ਕਰਕੇ ਤੇ ਸੱਜੇ ਪਾਸੇ ਵੱਲ ਨੂੰ ਲਿਜਾ ਕੇ ਤੇ ਅਸੀਂ ਇਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹਨੂੰ ਸਿਲੈਕਟ ਕਰ ਲਿਆ। ਤੇ ਜਿੱਦਾਂ ਹੀ ਮੈਂ ਇਹਨੂੰ ਸਿਲੈਕਟ ਕੀਤਾ ਇਧਰ ਤੁਸੀਂ ਕਲਿਪਬੋਰਡ ਗਰੁੱਪ ਦੇ ਵਿੱਚ ਦੇਖੋ ਕੱਟ ਤੇ ਕਾਪੀ ਦੀਆਂ ਆਪਸ਼ਨਾਂ ਜਿਹੜੀਆਂ ਹੈਗੀਆਂ ਉਹ ਐਕਟੀਵੇਟ ਹੋ ਗਈਆਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਾਪੀ ਆਪਸ਼ਨ ਬਾਰੇ ਦੱਸਦਾ। ਸੋ ਜਿੱਦਾਂ ਹੀ ਮੈਂ ਇੱਥੇ ਕਾਪੀ ਆਪਸ਼ਨ ਦੇ ਉੱਤੇ ਕਲਿੱਕ ਕੀਤਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਆ ਜਿਹੜੀ ਪੇਸਟ ਵਾਲੀ ਆਪਸ਼ਨ ਹੈਗੀ ਇਹ ਵੀ ਐਕਟੀਵੇਟ ਹੋ ਗਈ। ਹੁਣ ਜਦੋਂ ਮੈਂ ਪੇਸਟ ਆਪਸ਼ਨ ਦੇ ਉੱਤੇ ਕਲਿੱਕ ਕਰਦਾ ਔਰ ਮੈਂ ਪੇਸਟ ਆਪਸ਼ਨ ਤੇ ਕਲਿੱਕ ਕੀਤਾ ਤੇ ਤੁਸੀਂ ਦੇਖੋ ਕਿ ਇਹ ਕੀ ਹੋਇਆ, ਸੇਮ ਜਿੱਦਾਂ ਦੀ ਅਸੀਂ ਡਰਾਇੰਗ ਪਹਿਲਾਂ ਬਣਾਈ ਸੀਗੀ ਉਦਾਂ ਦੀ ਇੱਕ ਹੋਰ ਡਰਾਇੰਗ ਬਣ ਗਈ। ਇਹਦਾ ਮਤਲਬ ਇਹ ਹੈਗਾ ਆ ਕਿ ਕਾਪੀ ਆਪਸ਼ਨ ਦੀ ਮਦਦ ਨਾਲ ਅਸੀਂ ਕਿਸੇ ਵੀ ਆਬਜੈਕਟ ਨੂੰ, ਆਬਜੈਕਟ ਹੁੰਦਾ ਜੋ ਮੈਂ ਤੁਹਾਡੇ ਸਾਹਮਣੇ ਡਰਾਇੰਗ ਬਣਾਈ ਹੈਗੀ ਆ, ਅਸੀਂ ਕਿਸੇ ਵੀ ਡਰਾਇੰਗ ਨੂੰ ਅਸੀਂ ਕਾਪੀ ਕਰ ਸਕਦੇ ਆ ਤੇ ਉਹਦੇ ਵਰਗੀ ਇੱਕ ਡੁਪਲੀਕੇਟ ਹੋਰ ਬਣਾ ਸਕਦੇ ਆ। ਸੋ ਇਹ ਤਾਂ ਸੀਗੀ ਕਾਪੀ ਆਪਸ਼ਨ। ਸੋ ਹੁਣ ਅਸੀਂ ਸਿੱਖਦੇ ਆ ਕਿ ਕੱਟ ਆਪਸ਼ਨ ਕੀ ਹੁੰਦੀ ਆ। ਕੱਟ ਆਪਸ਼ਨ ਨੂੰ ਸਮਝਣ ਲਈ ਫਿਰ ਤੋਂ ਇਸ ਆਬਜੈਕਟ ਨੂੰ, ਇਸ ਡਰਾਇੰਗ ਨੂੰ ਸਿਲੈਕਟ ਕਰਨਾ ਪਏਗਾ। ਮੈਂ ਇਸ ਡਰਾਇੰਗ ਨੂੰ ਸਿਲੈਕਟ ਕਰ ਲਿਆ। ਹੁਣ ਮੈਂ ਕੱਟ ਆਪਸ਼ਨ ਦੇ ਉੱਤੇ ਕਲਿੱਕ ਕੀਤਾ, ਤੁਸੀਂ ਦੇਖੋ ਕਿ ਜਿੱਦਾਂ ਹੀ ਮੈਂ ਕੱਟ ਆਪਸ਼ਨ ਦੇ ਉੱਤੇ ਕਲਿੱਕ ਕੀਤਾ ਜਿਹੜਾ ਸਾਡਾ ਓਰੀਜਨਲ ਡਰਾਇੰਗ ਸੀਗੀ ਉਹ ਸਾਡੇ ਸਾਹਮਣੇ ਤੋਂ ਡਿਲੀਟ ਹੋ ਗਈ। ਜਦੋਂ ਮੈਂ ਹੁਣ ਇੱਥੇ ਪੇਸਟ ਦੇ ਉੱਤੇ ਕਲਿੱਕ ਕਰਦਾ ਆ ਤੇ ਜਿਹੜੀ ਸਾਡੀ ਡਰਾਇੰਗ ਸੀਗੀ ਉਹ ਵਾਪਸ ਇੱਥੇ ਪੇਸਟ ਹੋ ਗਈ। ਸੋ ਹੁਣ ਕੱਟ ਤੇ ਕਾਪੀ ਦੇ ਵਿੱਚ ਮੇਨ ਫਰਕ ਕੀ ਹੈਗਾ ਆ? ਕੱਟ ਤੇ ਕਾਪੀ ਦੇ ਵਿੱਚ ਇਹ ਫਰਕ ਹੈਗਾ ਕਿ ਜਦੋਂ ਅਸੀਂ ਕਿਸੇ ਆਬਜੈਕਟ ਨੂੰ ਕੱਟ ਆਪਸ਼ਨ ਦੀ ਮਦਦ ਨਾਲ ਉਸ ਨੂੰ ਕੱਟ ਕਰਦੇ ਆ ਤਾਂ ਉਹ ਜਿਹੜਾ ਓਰੀਜਨਲ ਡਰਾਇੰਗ ਸੀਗੀ ਉਹ ਡਿਲੀਟ ਹੋ ਜਾਂਦੀ ਹੈਗੀ ਆ ਤੇ ਜਦੋਂ ਅਸੀਂ ਪੇਸਟ ਆਪਸ਼ਨ ਦੀ ਮਦਦ ਨਾਲ ਪੇਸਟ ਕਰਦੇ ਆ ਤੇ ਉਹ ਡਰਾਇੰਗ ਜਿਹੜੀ ਹੈਗੀ ਵਾਪਸ ਨਵੀਂ ਥਾਂ ਦੇ ਉੱਤੇ ਆ ਜਾਂਦੀ ਹੈਗੀ ਆ।
ਪਰ ਜਦੋਂ ਅਸੀਂ ਕਾਪੀ ਆਪਸ਼ਨ ਦੀ ਮਦਦ ਨਾਲ ਕਿਸੇ ਆਬਜੈਕਟ ਨੂੰ, ਕਿਸੇ ਡਰਾਇੰਗ ਨੂੰ, ਕਿਸੇ ਪੇਂਟਿੰਗ ਦੇ ਕਿਸੇ ਪਾਰਟ ਨੂੰ ਕਾਪੀ ਕਰਦੇ ਆ ਤਾਂ ਜਿਹੜੀ ਓਰੀਜਨਲ ਪਾਰਟ ਹੈਗਾ ਆ ਉਹ ਵੀ ਆਪਣੇ ਸਥਾਨ ਤੇ ਰਹਿੰਦਾ ਆ, ਤੇ ਜਦੋਂ ਅਸੀਂ ਉਸ ਨੂੰ ਪੇਸਟ ਕਰਦੇ ਆ ਤੇ ਉਹਦੇ ਵਰਗੀ ਇੱਕ ਡੁਪਲੀਕੇਟ ਕਾਪੀ ਹੋਰ ਬਣ ਜਾਂਦੀ ਆ। ਸੋ ਇਹ ਤਾਂ ਹੈਗਾ ਆ ਕੱਟ ਤੇ ਕਾਪੀ ਦੇ ਵਿੱਚ ਮੇਨ ਫਰਕ। ਹੁਣ ਮੈਂ ਤੁਹਾਨੂੰ ਜਿਹੜਾ ਅਗਲਾ ਗਰੁੱਪ ਹੈਗਾ ਇਮੇਜ ਗਰੁੱਪ ਬਾਰੇ ਸਿਖਾਉਣ ਜਾ ਰਿਹਾ। ਸੋ ਤੁਸੀਂ ਦੇਖਿਆ ਹੋਵੇਗਾ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆ ਸਿਲੈਕਟ ਟੂਲ ਬਾਰੇ ਪਤਾ ਚੱਲ ਹੀ ਗਿਆ ਹੈਗਾ ਕਿ ਜਦੋਂ ਵੀ ਅਸੀਂ ਕਿਸੇ ਡਰਾਇੰਗ ਦੇ ਕਿਸੇ ਪਾਰਟ ਨੂੰ ਅਸੀਂ ਐਡਿਟ ਕਰਨਾ ਆ, ਉਸ ਦੇ ਵਿੱਚ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਫਾਰਮੈਟਿੰਗ ਕਰਨੀ ਆ, ਤਾਂ ਅਸੀਂ ਸਭ ਤੋਂ ਪਹਿਲਾਂ ਆਬਜੈਕਟ ਨੂੰ ਸਿਲੈਕਟ ਕਰਨਾ ਆ। ਸਿਲੈਕਟ ਕਰਨ ਦੇ ਲਈ ਇਸ ਦੇ ਉੱਤੇ ਕਲਿੱਕ ਕਰਨਾ ਹੈਗਾ। ਸਿਲੈਕਟ ਦੇ ਉੱਤੇ ਕਲਿੱਕ ਕਰਕੇ ਜਿੰਨਾ ਕੁ ਪਾਰਟ ਉਹਦਾ ਸਿਲੈਕਟ ਕਰਨਾ ਚਾਹੁੰਦੇ ਹੈਗੇ ਆ ਉਨੇ ਕੁ ਪਾਰਟ ਨੂੰ ਇਦਾਂ ਤੁਸੀਂ ਮਾਊਸ ਨੂੰ ਡਰੈਗ ਕਰਦੇ ਹੋਏ, ਮਾਊਸ ਦਾ ਖੱਬਾ ਬਟਨ ਦਬਾ ਕੇ ਉਸ ਨੂੰ ਡਰੈਗ ਕਰਦੇ ਹੋਏ ਇਸ ਤਰੀਕੇ ਨਾਲ ਸਿਲੈਕਟ ਕਰ ਸਕਦੇ ਆ। ਹੁਣ ਇਸ ਤੋਂ ਇਲਾਵਾ ਆ ਤੁਸੀਂ ਦੇਖੋ ਸਾਡਾ ਆਬਜੈਕਟ ਜਿਹੜਾ ਹੈਗਾ ਉਹ ਸਿਲੈਕਟ ਹੋ ਚੁੱਕਾ ਆ। ਹੁਣ ਅਸੀਂ ਕੀ ਕਰਨਾ, ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਤਿੰਨ ਆਪਸ਼ਨਾਂ ਹੋਰ ਹੈਗੀਆਂ ਇਮੇਜ ਗਰੁੱਪ ਦੇ ਵਿੱਚ। ਪਹਿਲੀ ਹੈਗੀ ਆ ਕ੍ਰੌਪ, ਦੂਸਰੀ ਆਪਸ਼ਨ ਹੈਗੀ ਆ ਰੀਸਾਈਜ਼, ਤੇ ਤੀਸਰੀ ਆਪਸ਼ਨ ਹੈਗੀ ਆ ਰੋਟੇਟ। ਇਹ ਤਿੰਨੇ ਆਪਸ਼ਨਾਂ ਜਿਹੜੀਆਂ ਹੈਗੀਆਂ ਆ ਉਹ ਐਕਟੀਵੇਟ ਹੋ ਗਈਆਂ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕ੍ਰੌਪ ਆਪਸ਼ਨ ਬਾਰੇ ਦੱਸਦਾ ਹਾਂ। ਕ੍ਰੌਪ ਆਪਸ਼ਨ ਕੀ ਹੁੰਦੀ ਆ, ਜੇਕਰ ਅਸੀਂ ਆਪਣੇ ਪੇਂਟਿੰਗ ਜਾਂ ਡਰਾਇੰਗ ਦੇ ਕਿਸੇ ਛੋਟੇ ਜਿਹੇ ਪਾਰਟ ਨੂੰ ਅਸੀਂ ਅਲੱਗ ਕਰਨਾ ਚਾਹੁੰਦੇ ਆ ਤਾਂ ਅਸੀਂ ਕ੍ਰੌਪ ਆਪਸ਼ਨ ਦੀ ਵਰਤੋਂ ਕਰਦੇ ਆ। ਸੋ ਮੰਨ ਲਓ ਮੈਂ ਸਭ ਤੋਂ ਪਹਿਲਾਂ ਇੰਨੇ ਇੱਕ ਪਾਰਟ ਨੂੰ ਮੈਂ ਸਿਲੈਕਟ ਕਰ ਲੈਣਾ, ਮੈਂ ਇੰਨੇ ਪਾਰਟ ਨੂੰ ਕ੍ਰੌਪ ਕਰਨਾ ਚਾਹੁੰਦਾ ਆ, ਤੇ ਇੱਥੇ ਤੁਸੀਂ ਦੇਖੋ ਮੈਂ ਕ੍ਰੌਪ ਆਪਸ਼ਨ ਦੇ ਉੱਤੇ ਜਿੱਦਾਂ ਹੀ ਕਲਿੱਕ ਕੀਤਾ ਤਾਂ ਤੁਸੀਂ ਇੱਥੇ ਦੇਖੋਗੇ ਕਿ ਜਿੰਨੇ ਪਾਰਟ ਦੇ ਉੱਤੇ ਮੈਂ ਕਲਿੱਕ ਕੀਤਾ ਸੀਗਾ ਉਹਨਾਂ ਪਾਰਟ ਤਾਂ ਸਾਡਾ ਬਚ ਗਿਆ, ਪਰ ਬਾਕੀ ਪਾਰਟ ਜਿਹੜਾ ਹੈਗਾ ਡਰਾਇੰਗ ਦਾ ਬਾਕੀ ਹਿੱਸਾ ਜਿਹੜਾ ਹੈਗਾ ਆ ਉਹ ਡਿਲੀਟ ਹੋ ਗਿਆ। ਸੋ ਇਹ ਹੈਗੀ ਆ ਕ੍ਰੌਪ ਆਪਸ਼ਨ। ਦੁਬਾਰਾ ਤੋਂ ਫਿਰ ਅਸੀਂ ਵਾਪਸ ਉੱਥੇ ਆ ਗਏ। ਹੁਣ ਤੁਸੀਂ ਇੱਥੇ ਦੂਸਰੀ ਆਪਸ਼ਨ ਦੇਖੋ, ਦੂਸਰੀ ਆਪਸ਼ਨ ਸਾਡੇ ਕੋਲ ਹੈਗੀ ਹੈ ਰੀਸਾਈਜ਼ ਦੀ। ਰੀਸਾਈਜ਼ ਹੁੰਦਾ ਹੈ ਜੇਕਰ ਅਸੀਂ ਆਪਣੇ ਡਰਾਇੰਗ ਦੇ ਕਿਸੇ ਹਿੱਸੇ ਨੂੰ ਛੋਟਾ ਜਾਂ ਵੱਡਾ ਕਰਨਾ ਚਾਹੁੰਦੇ ਆ ਤਾਂ ਇੱਕ ਤਰੀਕਾ ਤਾਂ ਸਾਡੇ ਕੋਲ ਇਹ ਹੈਗਾ ਕਿ ਆਪਾਂ ਉਸ ਆਬਜੈਕਟ ਨੂੰ ਸਿਲੈਕਟ ਕਰ ਲਈਏ। ਤੁਸੀਂ ਦੇਖੋ ਕਿ ਇਸ ਆਬਜੈਕਟ ਦੇ ਚਾਰੇ ਕੋਨਿਆਂ ਤੇ ਛੋਟੇ ਛੋਟੇ ਡੱਬੇ ਜਿਹੇ ਬਣ ਗਏ। ਇਹਦੇ ਉੱਤੇ ਜਦੋਂ ਮੈਂ ਮਾਊਸ ਦਾ ਪੁਆਇੰਟਰ ਲੈ ਕੇ ਜਾਣਾ ਤੇ ਇਹ ਡਬਲ ਤੀਰ ਜਿਹਾ ਬਣ ਗਿਆ ਹੈਗਾ। ਹੁਣ ਇਸ ਦੇ ਉੱਤੇ ਕਲਿੱਕ ਕਰਕੇ ਮੈਂ ਇਸ ਨੂੰ ਛੋਟਾ ਕਰ ਸਕਦਾ ਇਹਦਾ ਸਾਈਜ਼, ਜਾਂ ਮੈਂ ਇਹਦਾ ਸਾਈਜ਼ ਵੱਡਾ ਕਰ ਸਕਦਾ। ਅਸੀਂ ਇਸ ਨੂੰ ਇਸ ਰੀਸਾਈਜ਼ ਆਪਸ਼ਨ ਦੀ ਮਦਦ ਨਾਲ ਵੀ ਇਸ ਦਾ ਸਾਈਜ਼ ਜਿਹੜਾ ਹੈਗਾ ਛੋਟਾ ਵੱਡਾ ਕਰ ਸਕਦੇ ਆ। ਸੋ ਮੈਂ ਇਸ ਪਾਰਟ ਨੂੰ ਸਿਲੈਕਟ ਕਰ ਲਿਆ। ਇਸ ਪਾਰਟ ਨੂੰ ਸਿਲੈਕਟ ਕਰਨ ਤੋਂ ਬਾਅਦ ਜਿੱਦਾਂ ਹੀ ਮੈਂ ਇੱਥੇ ਰੀਸਾਈਜ਼ ਆਪਸ਼ਨ ਦੇ ਉੱਤੇ ਕਲਿੱਕ ਕੀਤਾ ਸਾਡੇ ਸਾਹਮਣੇ ਇੱਕ ਨਵੀਂ ਵਿੰਡੋ ਓਪਨ ਹੋ ਗਈ। ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਨੂੰ ਦੋ ਤਰੀਕੇ ਨਾਲ ਰੀਸਾਈਜ਼ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪਰਸੈਂਟੇਜ ਦੇ ਕੇ ਰੀਸਾਈਜ਼ ਕਰ ਸਕਦੇ ਹਾਂ, ਜਾਂ ਫਿਰ ਅਸੀਂ ਪਿਕਸਲ ਦੇ ਨਾਲ ਵੀ ਇਸ ਨੂੰ ਰੀਸਾਈਜ਼ ਕਰ ਸਕਦੇ ਹਾਂ। ਮੈਂ ਤੁਹਾਨੂੰ ਪਰਸੈਂਟੇਜ ਦੇ ਨਾਲ ਹੁਣ ਸਿਖਾ ਦੇਣਾ ਹੈਗਾ। ਪਿਕਸਲ ਕੀ ਹੁੰਦੇ ਆ ਤੇ ਉਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰਦਾ ਉਹ ਤੁਹਾਨੂੰ ਅਗਲੀਆਂ ਵੀਡੀਓਜ਼ ਦੇ ਵਿੱਚ ਸਮਝ ਆਏਗਾ। ਸੋ ਹੁਣ ਮੈਂ ਇੱਥੇ ਪਰਸੈਂਟੇਜ ਦੇ ਉੱਤੇ ਕਲਿੱਕ ਕਰ ਲਿਆ। ਇੱਥੇ ਤੁਸੀਂ ਦੇਖ ਸਕਦੇ ਆ ਹੌਰੀਜ਼ੌਂਟਲ ਤੇ ਵਰਟੀਕਲ ਦੋ ਵੈਲਿਊ ਦਿੱਤੀਆਂ ਹੋਈਆਂ। ਇੱਥੇ ਜੇਕਰ ਮੈਂ ਹੌਰੀਜ਼ੌਂਟਲ ਦੇ ਉੱਤੇ ਕਲਿੱਕ ਕਰਦਾ ਆ ਤੇ ਇੱਥੇ ਮੈਂ 50 ਭਰਦਾ ਆ। ਤੁਸੀਂ ਦੇਖੋ ਕਿ ਮੈਂ ਉੱਪਰ ਹੌਰੀਜ਼ੌਂਟਲ ਦੇ ਵਿੱਚ 50 ਵੈਲਿਊ ਭਰੀ ਸੀ ਕਿ ਹੇਠਾਂ ਵਰਟੀਕਲ ਦੇ ਵਿੱਚ ਆਪਣੇ ਆਪ ਹੀ 50 ਆ ਗਿਆ। ਉਹ ਇਸ ਕਰਕੇ ਆਇਆ ਕਿਉਂਕਿ ਹੇਠਾਂ ਤੁਸੀਂ ਦੇਖੋ ਲਿਖਿਆ ਹੋਇਆ ਹੈ ਮੇਨਟੇਨ ਐਸਪੈਕਟ ਰੇਸ਼ੋ, ਇਹਦੇ ਉੱਤੇ ਕਲਿੱਕ ਕੀਤਾ ਹੋਇਆ ਹੈਗਾ। ਜੇਕਰ ਇਸ ਦੇ ਉੱਤੇ ਕਲਿੱਕ ਨਹੀਂ ਕੀਤਾ ਹੁੰਦਾ ਤੇ ਇਹ ਸਾਨੂੰ ਦੋਨੋਂ ਵੈਲਿਊ ਵੱਖਰੀਆਂ ਭਰਨੀਆਂ ਪੈਂਦੀਆਂ। ਪਰ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਲੈ ਕੇ ਜਾਂਦੇ, ਤੁਹਾਨੂੰ ਹੌਲੀ ਹੌਲੀ ਸਿਖਾਵਾਂਗੇ ਸਾਰਾ ਕੁਝ। ਸੋ ਹੁਣ ਆਪਾਂ ਇੰਨਾ ਕੀ ਗੱਲ ਸਿੱਖ ਲੈਂਦੇ ਹਾਂ ਕਿ ਜਦੋਂ ਅਸੀਂ ਇੱਥੇ ਹੌਰੀਜ਼ੌਂਟਲ ਦੇ ਵਿੱਚ 50 ਵੈਲਿਊ ਫਿਲ ਕਰਕੇ ਇੱਥੇ ਓਕੇ ਤੇ ਕਲਿੱਕ ਕੀਤਾ ਤੇ ਤੁਸੀਂ ਦੇਖੋ ਕਿ ਜਿਹੜਾ ਸਾਡੀ ਪੇਂਟਿੰਗ ਹੈਗੀ ਹੈ, ਡਰਾਇੰਗ ਹੈਗੀ ਹੈ, ਉਹਦਾ ਸਾਈਜ਼ ਜਿਹੜਾ ਹੈਗਾ ਉਹ ਛੋਟਾ ਹੋ ਗਿਆ। ਸੋ ਇਹ ਰੀਸਾਈਜ਼ ਆਪਸ਼ਨ ਜਿਹੜੀ ਹੈਗੀ ਆ ਆਪਣੀ ਡਰਾਇੰਗ ਦਾ ਸਾਈਜ਼ ਛੋਟਾ ਜਾਂ ਵੱਡਾ ਕਰਨ ਲਈ, ਇਸ ਲਈ ਅਸੀਂ ਇਸ ਨੂੰ ਇਸਤੇਮਾਲ ਕਰਦੇ ਹਾਂ। ਸੋ ਫਿਰ ਤੋਂ ਵਾਪਸ ਆਪਣੀ ਡਰਾਇੰਗ ਨੂੰ ਓਰੀਜਨਲ ਫਾਰਮ ਦੇ ਵਿੱਚ ਲੈ ਆਉਣਾ ਮੈਂ। ਹੁਣ ਇੱਥੇ ਤੁਸੀਂ ਤੀਸਰੀ ਆਪਸ਼ਨ ਦੇਖੋ, ਸਾਡੇ ਕੋਲ ਜਿਹੜੀ ਥਰਡ ਆਪਸ਼ਨ ਹੈਗੀ ਆ ਉਹ ਹੈਗੀ ਆ ਰੋਟੇਟ। ਰੋਟੇਟ ਦਾ ਮਤਲਬ ਹੁੰਦਾ ਹੈ ਕਿਸੇ ਵੀ ਆਬਜੈਕਟ ਦਾ ਮਤਲਬ ਹੈਗਾ ਜੋ ਵੀ ਤੁਸੀਂ ਡਰਾਇੰਗ ਬਣਾਈ ਹੋਈ ਹੈ, ਤੁਹਾਡੇ ਸਾਹਮਣੇ ਜੋ ਵੀ ਚੀਜ਼ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਆ, ਉਸ ਡਰਾਇੰਗ ਨੂੰ ਉਹਦੀ ਡਾਇਰੈਕਸ਼ਨ ਚੇਂਜ ਕਰਨ ਦੇ ਲਈ ਅਸੀਂ ਰੋਟੇਟ ਆਪਸ਼ਨ ਦੀ ਵਰਤੋਂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਮੈਂ ਆਬਜੈਕਟ ਨੂੰ ਸਿਲੈਕਟ ਕਰ ਲਿਆ, ਯਾਨੀ ਕਿ ਆਪਣੀ ਡਰਾਇੰਗ ਨੂੰ ਸਿਲੈਕਟ ਕਰ ਲਿਆ। ਹੁਣ ਮੈਂ ਰੋਟੇਟ ਦੇ ਉੱਤੇ ਕਲਿੱਕ ਕੀਤਾ। ਦੇਖੋ ਸਾਡੇ ਕੋਲ ਇੱਥੇ 5 ਤਰ੍ਹਾਂ ਦੀਆਂ ਰੋਟੇਸ਼ਨ ਸਾਡੇ ਸਾਹਮਣੇ ਆ ਰਹੀਆਂ ਹੈਗੀਆਂ। ਸਭ ਤੋਂ ਪਹਿਲੀ ਰੋਟੇਸ਼ਨ ਹੈਗੀ ਆ ਰੋਟੇਟ ਰਾਈਟ, ਰੋਟੇਟ ਲੈਫਟ, ਰੋਟੇਟ 180 ਡਿਗਰੀ ਐਂਡ ਉਸ ਤੋਂ ਬਾਅਦ ਫਲਿਪ ਆਪਸ਼ਨ ਆ ਰਹੀ ਹੈ, ਫਲਿਪ ਵਰਟੀਕਲ, ਫਲਿਪ ਹੌਰੀਜ਼ੌਂਟਲ। ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ 90 ਡਿਗਰੀ ਤੇ ਇਹਨੂੰ ਰੋਟੇਟ ਕਰਕੇ ਦਿਖਾ ਦੇਣਾ। ਜਿੱਦਾਂ ਹੀ ਮੈਂ 90 ਡਿਗਰੀ ਉੱਤੇ ਕਲਿੱਕ ਕੀਤਾ ਤੁਸੀਂ ਦੇਖੋ ਇਹਦੀ ਜਿਹੜੀ ਡਾਇਰੈਕਸ਼ਨ ਹੈਗੀ ਆ ਉਹ ਚੇਂਜ ਹੋ ਗਈ। ਇਸ ਤੋਂ ਬਾਅਦ ਫਿਰ ਤੋਂ ਮੈਂ ਜੇ ਦੁਬਾਰਾ ਇਹਨੂੰ ਫਿਰ 90 ਡਿਗਰੀ ਤੇ ਕਲਿੱਕ ਕਰਦਾ ਫਿਰ ਤੋਂ ਤੁਸੀਂ ਦੇਖੋ ਇਹਦੀ ਡਾਇਰੈਕਸ਼ਨ ਜਿਹੜੀ ਹੈਗੀ ਆ ਦੁਬਾਰਾ ਫਿਰ ਚੇਂਜ ਹੋ ਗਈ। ਸੋ ਇਸ ਤਰੀਕੇ ਨਾਲ ਤੁਸੀਂ ਰੋਟੇਟ ਆਪਸ਼ਨ ਦੀ ਮਦਦ ਨਾਲ ਆਪਣੇ ਜਿਹੜੇ ਆਬਜੈਕਟ ਨੂੰ ਯਾਨੀ ਕਿ ਆਪਣੀ ਡਰਾਇੰਗ ਦੀ ਡਾਇਰੈਕਸ਼ਨ ਨੂੰ ਚੇਂਜ ਕਰ ਸਕਦੇ ਆ। ਹੁਣ ਜੇ ਮੈਂ ਇਸ ਨੂੰ ਫਲਿਪ ਵਰਟੀਕਲ ਕਰਦਾ ਆ ਤੁਸੀਂ ਦੇਖੋ ਵਰਟੀਕਲ ਤੇ ਤੁਹਾਨੂੰ ਸਮਝ ਨਹੀਂ ਲੱਗੇਗੀ ਕਿਉਂਕਿ ਇਹ ਬਿਲਕੁਲ ਜਿਹੜੀ ਹੈਗੀ ਸ਼ੇਪ ਇੱਕੋ ਜਿਹੀ ਹੈਗੀ। ਮੈਂ ਤੁਹਾਨੂੰ ਇਸ ਸ਼ੇਪ ਦੇ ਉੱਤੇ ਤੁਹਾਨੂੰ ਵਰਟੀਕਲ ਫਲਿਪ ਸਮਝਾਉਣਾ ਆ। ਸੋ ਮੈਂ ਇੱਕ ਨਵੀਂ ਡਰਾਇੰਗ ਇੱਥੇ ਬਣਾਈ ਹੈਗੀ ਆ, ਇਹਨੂੰ ਮੈਂ ਸਿਲੈਕਟ ਕਰ ਲੈਣਾ ਆ। ਇਹ ਅਸੀਂ ਇਸ ਨੂੰ ਸਿਲੈਕਟ ਕਰ ਲਿਆ ਹੈਗਾ। ਹੁਣ ਜਦੋਂ ਮੈਂ ਇਹਨੂੰ
ਫਲਿੱਪ ਵਰਟੀਕਲ ਦੇ ਉੱਤੇ ਕਲਿੱਕ ਕਰਨਾ ਆ ਤੇ ਤੁਸੀਂ ਦੇਖੋ ਜਿਹੜੀ ਹੇਠਲੀ ਸਾਈਡ ਸੀ ਉੱਪਰ ਹੋ ਗਈ, ਉੱਪਰਲੀ ਸਾਈਡ ਹੇਠਾਂ ਹੋ ਗਈ। ਹੁਣ ਇੱਥੇ ਇੱਕ ਸਾਡੇ ਕੋਲ ਹੋਰ ਰੋਟੇਸ਼ਨ ਹੈਗੀ ਆ, ਉਹ ਹੈਗੀ ਫਲਿੱਪ ਹੌਰੀਜ਼ੌਂਟਲ, ਉਹ ਤੁਹਾਨੂੰ ਇੱਧਰ ਸਮਝ ਲੱਗੇਗੀ। ਹੁਣ ਮੈਂ ਇਸ ਡਰਾਇੰਗ ਨੂੰ ਸਿਲੈਕਟ ਕਰ ਲਿਆ ਹੈਗਾ। ਜਿੱਦਾਂ ਮੈਂ ਇੱਥੇ ਰੋਟੇਟ ਤੇ ਕਲਿੱਕ ਕਰਕੇ ਫਲਿੱਪ ਹੌਰੀਜ਼ੌਂਟਲ ਕੀਤਾ ਤੇ ਤੁਸੀਂ ਦੇਖੋ ਉਹਦੀ ਜਿਹੜੀ ਡਾਇਰੈਕਸ਼ਨ ਹੈਗੀ ਬਿਲਕੁਲ ਆਪੋਜ਼ਿਟ ਹੋ ਗਈ। ਖੱਬੀ ਸਾਈਡ ਸੱਜੇ ਪਾਸੇ ਹੋ ਗਈ, ਸੱਜੀ ਸਾਈਡ ਖੱਬੇ ਪਾਸੇ ਹੋ ਗਈ। ਸੋ ਇਹ ਤਾਂ ਸੀਗੀ ਇਮੇਜ ਟੂਲ ਦੇ ਆਪਸ਼ਨ। ਇਸ ਤੋਂ ਬਾਅਦ ਸਾਡੇ ਕੋਲ ਕੁਝ ਇੱਕ ਟੂਲਸ ਦੀ ਵੀ ਆਪਸ਼ਨ ਹੈਗੀ ਆ। ਇੱਥੇ ਤੁਸੀਂ ਦੇਖੋ ਆ ਟੂਲ ਆਪਸ਼ਨ ਹੈਗੀ ਆ। ਇੱਥੇ ਸਾਡੇ ਕੋਲ ਪਹਿਲੀ ਆਪਸ਼ਨ ਹੈਗੀ ਆ ਪੈਨਸਿਲ। ਜਦੋਂ ਮੈਂ ਪੈਨਸਿਲ ਦੇ ਉੱਤੇ ਕਲਿੱਕ ਕਰਕੇ ਇੱਥੇ ਇਸ ਨੂੰ ਲਾਈਨ ਮਾਰਦਾ ਤੇ ਇਹ ਜਿਹੜੀ ਹੈਗੀ ਹੈ, ਇਹ ਪੈਨਸਿਲ ਜਿਹੜੀ ਹੈਗੀ ਹੈ ਫ੍ਰੀ ਹੈਂਡ ਡਰਾਇੰਗ ਕਰਨ ਦੇ ਕੰਮ ਆਉਂਦੀ ਹੈ। ਯਾਨੀ ਕਿ ਇਹਨੂੰ ਵੀ ਕਿਸੇ ਵੀ ਤਰੀਕੇ ਨਾਲ ਅਸੀਂ ਡਰਾਇੰਗ ਕਰ ਸਕਦੇ ਹਾਂ। ਸੋ ਇਸ ਨੂੰ ਮੈਂ ਕਲੀਅਰ ਕਰ ਦਵਾਂ ਪਹਿਲਾਂ। ਦੇਖੋ ਜੀ ਅਸੀਂ ਸਾਰੇ ਪੇਜ ਨੂੰ ਕਲੀਅਰ ਕਰ ਲਿਆ ਹੈਗਾ। ਹੁਣ ਸਾਡੇ ਕੋਲ ਜਿਹੜੀ ਸੈਕੰਡ ਆਪਸ਼ਨ ਆਉਂਦੀ ਹੈਗੀ ਆ, ਉਸ ਆਪਸ਼ਨ ਦਾ ਨਾਮ ਹੈਗਾ ਫਿਲ ਵਿਦ ਕਲਰ। ਫਿਲ ਵਿਦ ਕਲਰ ਕੀ ਹੁੰਦਾ, ਤੁਸੀਂ ਡਰਾਇੰਗ ਦੇ ਪੇਂਟਿੰਗ ਦੇ ਕਿਸੇ ਛੋਟੇ ਜਿਹੇ ਪਾਰਟ ਦੇ ਵਿੱਚ ਰੰਗ ਭਰ ਸਕਦੇ ਆ। ਹੁਣ ਮੰਨ ਲਓ ਮੈਂ ਇੱਕ ਇੱਥੇ ਸ਼ੇਪ ਡਰਾ ਕਰ ਲਈ, ਇਸ ਸ਼ੇਪ ਦੇ ਵਿਚਕਾਰ ਸੈਂਟਰ ਦੇ ਵਿੱਚ ਮੈਂ ਕੋਈ ਕਲਰ ਫਿਲ ਕਰਨਾ ਚਾਹੁੰਦਾ ਹਾਂ ਤੇ ਮੈਂ ਇੱਥੇ ਫਿਲ ਵਿਦ ਕਲਰ ਆਪਸ਼ਨ ਦੇ ਉੱਤੇ ਕਲਿੱਕ ਕੀਤਾ। ਉਸ ਤੋਂ ਬਾਅਦ ਜਿਹੜਾ ਵੀ ਕਲਰ ਤੁਸੀਂ ਫਿਲ ਕਰਨਾ ਚਾਹੁੰਦੇ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਸੱਜੇ ਪਾਸੇ ਸਾਡੇ ਕੋਲ ਕਲਰ ਦੀ ਆਪਸ਼ਨ ਹੈਗੀ ਆ, ਇਹਦੇ ਉੱਤੇ ਕਲਿੱਕ ਕਰ ਲਿਆ। ਇਸ ਤੋਂ ਬਾਅਦ ਇਸ ਸ਼ੇਪ ਦੇ ਵਿਚਕਾਰ ਜਾ ਕੇ ਤੁਸੀਂ ਦੇਖੋ ਇੱਕ ਬਾਲਟੀ ਜੀ ਬਣ ਗਈ ਛੋਟੀ ਜਿਹੀ। ਜਿੱਦਾਂ ਹੀ ਮੈਂ ਆਪਣੇ ਮਾਊਸ ਦਾ ਖੱਬਾ ਬਟਨ ਦਬਾਉਣਾ ਆ, ਉਹ ਜਿਹੜਾ ਜਿੰਨਾ ਵੀ ਵਿਚਕਾਰ ਵਾਲਾ ਪਾਰਟ ਹੈਗਾ ਉਹ ਸਾਰੇ ਦੇ ਵਿੱਚ ਕਲਰ ਫਿਲ ਹੋ ਗਿਆ। ਸੋ ਇਹ ਜਿਹੜੀ ਆਪਸ਼ਨ ਹੈਗੀ ਹੈ ਇਹ ਆਪਣੇ ਡਰਾਇੰਗ ਦੇ ਵਿੱਚ ਕਲਰ ਫਿਲ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਸੋ ਹੁਣ ਇੱਥੇ ਹੇਠਾਂ ਦੇਖੋ ਇੱਥੇ ਇੱਕ ਇਰੇਜ਼ਰ ਟੂਲ ਵੀ ਹੈਗਾ ਆ। ਮੈਂ ਜਦੋਂ ਇਸ ਦੇ ਉੱਤੇ ਕਲਿੱਕ ਕਰਨਾ ਤੇ ਸਾਡੇ ਸਾਹਮਣੇ ਇੱਕ ਛੋਟੀ ਜਿਹੀ ਇਰੇਜ਼ਰ ਬਣ ਗਈ। ਤੁਸੀਂ ਇਸ ਇਰੇਜ਼ਰ ਨੂੰ ਆਪਣੇ ਕੀਬੋਰਡ ਦੇ ਉੱਤੋਂ ਕੰਟਰੋਲ ਤੇ ਪਲੱਸ ਦਾ ਬਟਨ ਦਬਾ ਕੇ ਇਸ ਨੂੰ ਵੱਡਾ ਵੀ ਕਰ ਸਕਦੇ ਆ। ਸੋ ਜਿੱਦਾਂ ਮੈਂ ਤੁਸੀਂ ਦੇਖੋ ਮੈਂ ਕੰਟਰੋਲ ਤੇ ਪਲੱਸ ਦਾ ਬਟਨ ਦਬਾਇਆ, ਇਹਦਾ ਸਾਈਜ਼ ਵੱਡਾ ਹੋ ਗਿਆ। ਇਸ ਦੇ ਉੱਤੇ ਹੁਣ ਮਾਊਸ ਦਾ ਖੱਬਾ ਬਟਨ ਦਬਾ ਕੇ ਜਿੱਦਾਂ ਹੀ ਇਸ ਨੂੰ ਮੂਵ ਕਰਦੇ ਆ ਇੱਧਰ ਉੱਧਰ ਤੇ ਜਿਹੜੀ ਡਰਾਇੰਗ ਹੈਗੀ ਸਾਡੀ ਪੇਂਟਿੰਗ ਹੈਗੀ ਉਹ ਇਰੇਜ਼ ਹੋ ਗਈ। ਸੋ ਇਹ ਤਾਂ ਸੀ ਇਰੇਜ਼ਰ। ਹੁਣ ਹੈਗਾ ਆ ਜੇਕਰ ਅਸੀਂ ਆਪਣੀ ਡਰਾਇੰਗ ਦੇ ਵਿੱਚ ਆਪਣੀ ਪੇਂਟਿੰਗ ਦੇ ਵਿੱਚ ਅਸੀਂ ਟੈਕਸਟ ਲਿਖਣਾ ਚਾਹੁੰਦੇ ਆ, ਯਾਨੀ ਕਿ ਕੁਝ ਆਪਣਾ ਨਾਮ ਵਗੈਰਾ ਲਿਖਣਾ ਚਾਹੁੰਦੇ ਆ, ਤਾਂ ਤੁਸੀਂ ਇਸ ਟੈਕਸਟ ਟੂਲ ਨੂੰ ਯੂਜ਼ ਕਰਨਾ। ਇਹ ਤੁਸੀਂ ਇਹ ਦੇਖ ਰਹੇ ਹੋ ਇਸ ਦਾ ਨਾਮ ਹੈ ਟੈਕਸਟ ਟੂਲ। ਸੋ ਇਸ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਵਾਈਟ ਪੇਜ ਦੇ ਉੱਤੇ ਕਿਤੇ ਵੀ ਕਲਿੱਕ ਕਰ ਲੈਣਾ। ਸਾਡੇ ਸਾਹਮਣੇ ਇੱਕ ਇਸ ਤਰੀਕੇ ਦੀ ਇੱਕ ਛੋਟੀ ਜਿਹੀ ਆਪਸ਼ਨ ਡੰਡੀ ਜਿਹੀ ਜਗਦੀ ਹੋਈ ਤੇ ਜਿਹਨੂੰ ਅਸੀਂ ਕਰਸਰ ਕਹਿੰਦੇ ਆ, ਉਹ ਤੁਹਾਡੇ ਸਾਹਮਣੇ ਆ ਜਾਏਗੀ। ਤੇ ਜਿੱਦਾਂ ਹੀ ਸਾਡੇ ਸਾਹਮਣੇ ਕਰਸਰ ਆਇਆ ਤੁਸੀਂ ਦੇਖੋ ਸਾਡੇ ਸਾਹਮਣੇ ਉਹ ਇੱਕ ਨਵੀਂ ਟੈਬ ਜਿਹੜੀ ਓਪਨ ਹੋ ਗਈ। ਇਸ ਟੈਬ ਦਾ ਨਾਮ ਹੈਗਾ ਟੈਕਸਟ। ਸੋ ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੀ ਆਪਸ਼ਨ ਹੈਗੀ ਹੈ। ਇਹ ਮੈਂ ਡਿਟੇਲ ਦੇ ਵਿੱਚ ਫਿਰ ਕਿਸੇ ਦੂਸਰੀ ਵੀਡੀਓ ਦੇ ਵਿੱਚ ਸਮਝਾਵਾਂਗਾ, ਪਰ ਹਾਲ ਫਿਲਹਾਲ ਤੁਸੀਂ ਇਹ ਸਮਝ ਲਓ ਕਿ ਇਸ ਏ ਟੂਲ ਦੀ ਮਦਦ ਨਾਲ ਅਸੀਂ ਟੈਕਸਟ ਟਾਈਪ ਕਰ ਸਕਦੇ ਹਾਂ। ਠੀਕ ਹੈ ਜੀ। ਹੁਣ ਇੱਥੋਂ ਅਸੀਂ ਇਹਦਾ ਕਲਰ ਵੀ ਚੇਂਜ ਕਰ ਸਕਦੇ ਹਾਂ। ਠੀਕ ਹੈ ਜੀ, ਇਹ ਤੁਹਾਡੇ ਸਾਹਮਣੇ ਤੁਸੀਂ ਦੇਖੋ ਕਿ ਟੈਕਸਟ ਟਾਈਪ ਹੋ ਚੁੱਕਾ ਹੈ। ਹੁਣ ਤੁਸੀਂ ਅਗਲੀ ਆਪਸ਼ਨ ਦੇਖੋ, ਇਹਦੇ ਵਿੱਚ ਸਾਡੇ ਕੋਲ ਇੱਕ ਟੂਲ ਹੈਗਾ ਆ ਕਲਰ ਪਿਕਰ ਤੇ ਅਗਲਾ ਟੂਲ ਸਾਡੇ ਕੋਲ ਹੈਗਾ ਮੈਗਨੀਫਾਇਰ। ਸਭ ਤੋਂ ਪਹਿਲਾਂ ਮੈਂ ਇੱਕ ਇੱਥੇ ਸ਼ੇਪ ਡਰਾ ਕਰ ਦੇਣਾ। ਆ ਮੈਂ ਇੱਕ ਛੋਟੀ ਜਿਹੀ ਸ਼ੇਪ ਡਰਾ ਕਰ ਲਈ। ਹੁਣ ਜੇਕਰ ਇਸ ਸ਼ੇਪ ਨੂੰ ਇਸ ਡਰਾਇੰਗ ਨੂੰ ਮੈਂ ਨੇੜੇ ਤੋਂ ਯਾਨੀ ਕਿ ਜ਼ੂਮ ਕਰਕੇ ਦੇਖਣਾ ਚਾਹੁੰਦਾ ਹਾਂ ਤੇ ਮੈਂ ਇੱਥੇ ਮੈਗਨੀਫਾਇਰ ਆਪਸ਼ਨ ਦੀ ਵਰਤੋਂ ਕਰਾਂਗਾ। ਮੈਂ ਮੈਗਨੀਫਾਇਰ ਦੇ ਉੱਤੇ ਕਲਿੱਕ ਕੀਤਾ ਤੇ ਜਿੱਦਾਂ ਹੀ ਮੈਂ ਮੈਗਨੀਫਾਇਰ ਨੂੰ ਉੱਤੇ ਲੈ ਕੇ ਆਇਆ ਆ ਤੁਸੀਂ ਦੇਖੋ ਸਾਡਾ ਜਿਹੜਾ ਸ਼ੇਪ ਹੈਗੀ ਹੈ ਇਹ ਜ਼ੂਮ ਹੋ ਗਈ। ਸੋ ਫਿਰ ਤੋਂ ਜ਼ੂਮ ਆਊਟ ਕਰਨ ਦੇ ਲਈ ਹੇਠਾਂ ਸਾਡੇ ਕੋਲ ਇੱਕ ਸਲਾਈਡਰ ਬਣਿਆ ਹੋਇਆ, ਇਹਦੇ ਉੱਤੇ ਕਲਿੱਕ ਕਰ ਦਿੰਦੇ ਆ। ਸੋ ਅਗਲੀ ਜਿਹੜੀ ਆਪਸ਼ਨ ਹੈਗੀ ਹੈ ਕਲਰ ਪਿਕਰ। ਕਲਰ ਪਿਕਰ ਆਪਸ਼ਨ ਦੀ ਆਪਾਂ ਉਦੋਂ ਵਰਤੋਂ ਕਰਦੇ ਆ ਜਦੋਂ ਆਪਾਂ ਆਪਣੀ ਡਰਾਇੰਗ ਦੇ ਵਿੱਚ ਵੱਖਰੇ ਵੱਖਰੇ ਰੰਗ ਭਰੇ ਹੁੰਦੇ ਆ ਤੇ ਅਸੀਂ ਡਰਾਇੰਗ ਦੇ ਕਿਸੇ ਦੂਸਰੇ ਪਾਰਟ ਦੇ ਵਿੱਚ ਅਸੀਂ ਕੋਈ ਰੰਗ ਭਰਨਾ ਚਾਹੁੰਦੇ ਆ, ਪਰ ਉਹ ਰੰਗ ਜਿਹੜਾ ਸਾਨੂੰ ਇੱਥੇ ਕਲਰ ਪਲੇਟ ਦੇ ਉੱਤੋਂ ਮਿਲ ਨਹੀਂ ਰਿਹਾ ਹੈਗਾ ਤੇ ਅਸੀਂ ਕੀ ਕਰਨਾ ਚਾਹੁੰਦੇ ਆ ਆਪਣੀ ਡਰਾਇੰਗ ਦੇ ਵਿੱਚੋਂ ਹੀ ਕੋਈ ਕਲਰ ਸਿਲੈਕਟ ਕਰਨਾ ਚਾਹੁੰਦੇ ਤੇ ਤੁਸੀਂ ਕੀ ਕਰ ਸਕਦੇ ਆ ਇਸ ਕਲਰ ਪਿਕਰ ਦੇ ਉੱਪਰ ਕਲਿੱਕ ਕਰੋ। ਫਿਰ ਆਪਣੀ ਪੇਂਟਿੰਗ ਦੇ ਜਿਸ ਪਾਰਟ ਦੇ ਵਿੱਚੋਂ ਕਲਰ ਸਿਲੈਕਟ ਕਰਨਾ ਚਾਹੁੰਦੇ ਆ ਉਹਦੇ ਉੱਤੇ ਕਲਿੱਕ ਕਰੋ। ਤੁਹਾਡਾ ਜਿਹੜਾ ਕਲਰ ਹੈਗਾ ਆ ਉਹ ਸਿਲੈਕਟ ਹੋ ਜਾਵੇਗਾ। ਹਾਲਾਂਕਿ ਤੁਹਾਨੂੰ ਇਸ ਟਾਈਮ ਦੇ ਉੱਤੇ ਇਸ ਆਪਸ਼ਨ ਦੀ ਸਮਝ ਨਹੀਂ ਲੱਗੀ ਹੋਵੇਗੀ, ਪਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਇਹ ਆਪਸ਼ਨ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਯੂਜ਼ ਕਰਕੇ ਦਿਖਾਵਾਂਗਾ, ਕਿਉਂਕਿ ਮੈਨੂੰ ਹੁਣ ਲੱਗ ਰਿਹਾ ਹੈਗਾ ਕਿ ਇਸ ਵੀਡੀਓ ਦੀ ਲੰਬਾਈ ਜਿਹੜੀ ਹੈਗੀ ਇਸ ਵੀਡੀਓ ਦੀ ਲੈਂਥ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਆ। ਸੋ ਤੁਸੀਂ ਜ਼ਿਆਦਾ ਬੋਰ ਨਾ ਹੋ ਜਾਵੋ, ਇਸ ਕਰਕੇ ਇਸ ਵੀਡੀਓ ਨੂੰ ਮੈਂ ਇੱਥੇ ਐਂਡ ਕਰਦਾ। ਬਾਕੀ ਦੇ ਜਿਹੜੇ ਟੂਲ ਹੈਗੇ ਆ ਜਿਵੇਂ ਕਿ ਬ੍ਰਸ਼ਸ ਹੈਗੇ ਆ, ਸ਼ੇਪਸ ਹੈਗੀਆਂ ਆ, ਸਾਈਜ਼ ਤੇ ਕਲਰ, ਇਸ ਤੋਂ ਇਲਾਵਾ ਵਿਊ ਟੈਬ ਜਿਹੜਾ ਹੈਗਾ ਆ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਮਝਾਵਾਂਗਾ। ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਵੀ ਕਰਿਓ, ਹੇਠਾਂ ਕਮੈਂਟ ਵੀ ਜ਼ਰੂਰ ਕਰਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਕੋਈ ਕਿਸੇ ਵੀ ਤਰ੍ਹਾਂ ਦੀ ਅਗਰ ਤੁਹਾਨੂੰ ਕੋਈ ਕਮੀ ਲੱਗੀ ਹੈਗੀ ਹੈ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਸਕਦੇ ਹੋ।
ਇਸ ਤੋਂ ਇਲਾਵਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਦਬਾ ਲਿਓ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਜਾਇਆ ਕਰੇਗੀ। ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਵੀਡੀਓ ਦੇ ਹੇਠਾਂ ਤੁਹਾਨੂੰ ਇੱਕ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਿਖਾਈ ਦੇ ਰਿਹਾ ਹੋਵੇਗਾ, ਉਸ ਦੇ ਉੱਤੇ ਕਲਿੱਕ ਕਰ ਦਿਓ। ਜਲਦ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ, ਜਿਸ ਦੇ ਵਿੱਚ ਤੁਹਾਨੂੰ ਮੈਂ ਬਾਕੀ ਟੂਲਸ ਬਾਰੇ ਸਿਖਾਇਆ ਹੋਵੇਗਾ। ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।